ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੇ ਗਏ ਉਪਰਾਲੇ ਆਨਲਾਈਨ ਸਟੱਡੀ ਸਿਸਟਮ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ। NSDC ਦੇ ਅਧੀਨ ਚੱਲ ਰਹੀਆਂ ਵੱਖ-ਵੱਖ ਟ੍ਰੇਡਾਂ ਵਿੱਚੋਂ ਮੈਂ ਅੱਜ ਤੁਹਾਨੂੰ ਬਿਊਟੀ ਐਂਡ ਵੈਲਨੈਸ ਸੈਕਟਰ ਬਾਰੇ ਦੱਸਣ ਜਾ ਰਹੀ ਹਾਂ, ਜੋ ਕਿ ਅੱਜ ਦੇ ਸਮੇਂ ਦੀ ਬਹੁਤ ਵਾਸਟ ਇੰਡਸਟਰੀ ਹੈ। ਮੈਂ ਅੱਜ ਤੁਹਾਨੂੰ ਬਿਊਟੀ ਐਂਡ ਵੈਲਨੈਸ ਸੈਕਟਰ ਬਾਰੇ ਦੱਸਣ ਜਾ ਰਹੀ ਹਾਂ। ਮੇਰਾ ਨਾਮ ਆਰਤੀ ਹੈ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਬੋਵਾਲ ਡਿਸਟ੍ਰਿਕਟ ਅੰਮ੍ਰਿਤਸਰ ਦੀ ਬਿਊਟੀ ਐਂਡ ਵੈਲਨੈਸ ਦੀ ਵੋਕੇਸ਼ਨਲ ਟ੍ਰੇਨਰ ਹਾਂ। ਅੱਜ ਮੈਂ ਤੁਹਾਨੂੰ 10ਵੀਂ ਕਲਾਸ ਦੇ ਦੂਸਰੇ ਯੂਨਿਟ ਬਾਰੇ ਪੜ੍ਹਾਉਣ ਜਾ ਰਹੀ ਹਾਂ। 10ਵੀਂ ਕਲਾਸ ਦੇ ਦੂਸਰੇ ਯੂਨਿਟ ਦਾ ਨਾਮ ਹੈ ਬੇਸਿਕ ਡੈਪੀਲੇਸ਼ਨ ਸਰਵਿਸਿਜ਼, ਜਿਸ ਦਾ ਮਤਲਬ ਹੈ ਆਰਜੀ ਤੌਰ 'ਤੇ ਵਾਲ ਹਟਾਉਣ ਦੀਆਂ ਵਿਧੀਆਂ। ਆਓ ਅਸੀਂ ਹੁਣ ਇਸ ਯੂਨਿਟ ਬਾਰੇ ਪੜ੍ਹਦੇ ਹਾਂ। ਇਸ ਯੂਨਿਟ ਨੂੰ ਅੱਗੋਂ 3 ਸੈਕਸ਼ਨਸ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚ ਅਸੀਂ ਵੈਕਸਿੰਗ, ਥ੍ਰੈਡਿੰਗ, ਬਲੀਚਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਕੋਈ ਵੀ ਅਥੀਸ਼ੀਅਨ ਜਾਂ ਕਾਸਮੈਟੋਲੋਜਿਸਟ ਜੋ ਹੇਅਰ ਰਿਮੂਵਲ ਸਰਵਿਸਿਜ਼ ਪ੍ਰਦਾਨ ਕਰ ਰਿਹਾ ਹੈ, ਉਸ ਨੂੰ ਵਾਲਾਂ ਦੇ ਸਟਰਕਚਰ ਜਾਂ ਵਾਲਾਂ ਦੇ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਵਾਲਾਂ ਦੀ ਗੱਲ ਕਰਦੇ ਹਾਂ ਕਿ ਵਾਲਾਂ ਦਾ ਸਟਰਕਚਰ ਕੀ ਹੈ, ਇਸ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੈ। ਸਭ ਤੋਂ ਪਹਿਲਾਂ ਅਸੀਂ ਵਾਲਾਂ ਦੀ ਮਹੱਤਤਾ ਬਾਰੇ ਗੱਲ ਕਰਦੇ ਹਾਂ। ਵਾਲ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਹਿੱਸਾ ਹਨ। ਵਾਲ ਸਾਡੀ ਦਿੱਖ ਨੂੰ ਸੁੰਦਰ ਬਣਾਉਂਦੇ ਹਨ, ਚਾਹੇ ਮਰਦ ਹੋਵੇ ਜਾਂ ਔਰਤ। ਵਾਲ ਸਾਡੀ ਜ਼ਿੰਦਗੀ ਵਿੱਚ ਮਹੱਤਵਪੂਰਨ ਹਿੱਸਾ ਹਨ। ਵਾਲ ਸਾਡੇ ਸਾਰੇ ਸਰੀਰ ਦੇ ਸਾਰੇ ਹਿੱਸਿਆਂ 'ਤੇ ਪਾਏ ਜਾਂਦੇ ਹਨ, ਸਿਰਫ ਹੱਥਾਂ ਅਤੇ ਪੈਰਾਂ ਦੀਆਂ ਹਥੇਲੀਆਂ ਅਤੇ ਲਿਪਸ ਨੂੰ ਛੱਡ ਕੇ। ਪਰ ਜਿੱਥੇ ਵਾਲ ਸਾਡੇ ਸਰੀਰ ਦਾ ਜ਼ਰੂਰੀ ਹਿੱਸਾ ਹਨ, ਉੱਥੇ ਕੁਛ ਅਣਚਾਹੇ ਵਾਲ ਸਾਡੀ ਸੁੰਦਰਤਾ ਜਾਂ ਸਾਡੀ ਦਿੱਖ ਨੂੰ ਘਟਾਉਂਦੇ ਵੀ ਹਨ। ਇਹਨਾਂ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਕੁਛ ਮੈਥਡ ਹਨ ਜਾਂ ਕੁਛ ਹੇਅਰ ਰਿਮੂਵਲ ਸਰਵਿਸਿਜ਼ ਹਨ, ਜਿਨ੍ਹਾਂ ਨੂੰ ਅਸੀਂ ਐਪੀਲੇਸ਼ਨ ਜਾਂ ਡੈਪੀਲੇਸ਼ਨ ਕਹਿੰਦੇ ਹਾਂ। ਆਓ ਹੁਣ ਇਹਨਾਂ ਹੇਅਰ ਰਿਮੂਵਲ ਸਰਵਿਸਿਜ਼ ਦੇ ਬਾਰੇ ਜਾਣਦੇ ਹਾਂ। ਇਹਨਾਂ ਬਾਰੇ ਪੜ੍ਹਦੇ ਹਾਂ ਕਿ ਇਹ ਕਿਹੜੀਆਂ ਸਰਵਿਸਿਜ਼ ਹਨ। ਸਭ ਤੋਂ ਪਹਿਲਾਂ ਅਸੀਂ ਹੇਅਰ ਰਿਮੂਵਲ ਸਰਵਿਸਿਜ਼ ਬਾਰੇ ਤਰੀਕਿਆਂ ਦੇ ਨਾਮਾਂ ਨੂੰ ਜਾਣਦੇ ਹਾਂ। ਨੰਬਰ 1 ਵਿਨਾਸ਼ਕਾਰੀ ਕਰੀਮਾਂ ਦੀ ਵਰਤੋਂ। ਨੰਬਰ 2 ਸ਼ੇਵਿੰਗ। ਨੰਬਰ 3 ਟਵੀਜ਼ਿੰਗ। ਨੰਬਰ 4 ਵੈਕਸਿੰਗ। ਨੰਬਰ 5 ਲੇਜ਼ਰ ਟ੍ਰੀਟਮੈਂਟ। ਨੰਬਰ 6 ਇਲੈਕਟ੍ਰੋਲਿਸਿਸ ਟ੍ਰੀਟਮੈਂਟ। ਨੰਬਰ 7 ਬਲੀਚਿੰਗ ਏਜੰਟ ਆਦਿ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਿਨਾਸ਼ਕਾਰੀ ਕਰੀਮਾਂ ਦੀ ਵਰਤੋਂ। ਇਹ ਵਾਲਾਂ ਨੂੰ ਹਟਾਉਣ ਦਾ ਸਭ ਤੋਂ ਸਸਤਾ ਅਤੇ ਆਸਾਨ ਤਰੀਕਾ ਹੈ। ਵਿਨਾਸ਼ਕਾਰੀ ਕਰੀਮਾਂ ਨੂੰ ਵਾਲਾਂ ਵਾਲੀ ਥਾਂ ਦੇ ਉੱਪਰ ਲਗਾ ਕੇ ਵਾਲਾਂ ਨੂੰ ਹਟਾਇਆ ਜਾਂਦਾ ਹੈ। ਨੰਬਰ 2 ਸ਼ੇਵਿੰਗ। ਸ਼ੇਵਿੰਗ ਵਿੱਚ ਬਲੇਡ ਦੀ ਵਰਤੋਂ ਨਾਲ ਵਾਲਾਂ ਨੂੰ ਕੱਟਿਆ ਜਾਂਦਾ ਹੈ। ਸ਼ੇਵਿੰਗ ਵਾਲਾਂ ਦੇ ਵਾਧੇ ਨੂੰ ਪ੍ਰਭਾਵਿਤ ਨਹੀਂ ਕਰਦੀ। ਟਵੀਜ਼ਰ ਦੀ ਮਦਦ ਨਾਲ ਵਾਲਾਂ ਨੂੰ ਪੁੱਟਿਆ ਜਾਂਦਾ ਹੈ ਜਾਂ ਟਵੀਜ਼ਰ ਦੀ ਵਰਤੋਂ ਵਾਲਾਂ ਨੂੰ ਪੁੱਟਣ ਲਈ ਕੀਤੀ ਜਾਂਦੀ ਹੈ। ਬਲੀਚਿੰਗ ਦਰਅਸਲ ਵਾਲ ਹਟਾਉਣ ਵਾਲਾ ਏਜੰਟ ਨਹੀਂ ਹੈ। ਇਹ ਸਿਰਫ ਤੇ ਸਿਰਫ ਵਾਲਾਂ ਦੇ ਰੰਗ ਨੂੰ ਫਿੱਕਾ ਕਰਦਾ ਹੈ। ਇਸ ਵਿੱਚ ਰਸਾਇਣਿਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਵਾਲਾਂ ਦੇ ਰੰਗ ਨੂੰ ਲਾਈਟ ਜਾਂ ਫਿੱਕਾ ਕਰਦੀ ਹੈ। ਸੋ ਬਲੀਚਿੰਗ ਥ੍ਰੈਡਿੰਗ ਜਾਂ ਵੈਕਸਿੰਗ ਵਰਗੀਆਂ ਸਰਵਿਸਿਜ਼ ਕਰਨ ਤੋਂ ਪਹਿਲਾਂ ਇੱਕ ਅਥੀਸ਼ੀਅਨ ਜਾਂ ਬਿਊਟੀ ਥੈਰੇਪਿਸਟ ਨੂੰ ਵਾਲਾਂ ਦੇ ਸਟਰਕਚਰ ਬਾਰੇ ਪਤਾ ਹੋਣਾ ਜ਼ਰੂਰੀ ਹੈ। ਸੋ ਹੁਣ ਅਸੀਂ ਗੱਲ ਕਰਦੇ ਹਾਂ ਵਾਲਾਂ ਦੀਆਂ ਕਿਸਮਾਂ, ਵਾਲਾਂ ਦੀਆਂ ਟਾਈਪਸ ਅਤੇ ਵਾਲਾਂ ਦੇ ਸਟਰਕਚਰ ਦੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਾਲਾਂ ਦੀਆਂ ਕਿਸਮਾਂ। ਵਾਲ ਬੇਸਿਕਲੀ 4 ਕਿਸਮ ਦੇ ਹਨ: ਖੋਪੜੀ ਦੇ ਵਾਲ,
ਭਰਵੱਟਿਆਂ ਦੇ ਵਾਲ, ਸਰੀਰ ਦੇ ਵਾਲ ਤੇ ਜ਼ਰੂਰੀ ਹਿੱਸਿਆਂ ਦੇ ਵਾਲ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਖੋਪੜੀ ਦੇ ਵਾਲ। ਖੋਪੜੀ ਦੇ ਵਾਲ ਗਰਮੀ ਵਿੱਚ ਇਨਸੂਲੇਟਰ ਦੀ ਵਜੋਂ ਕੰਮ ਕਰਦੇ ਹੈ, ਭਾਵ ਸਾਡੇ ਸਿਰ ਦੀ ਰੱਖਿਆ ਕਰਦੇ ਹਨ। ਅੱਖਾਂ ਜਾਂ ਭਰਵੱਟਿਆਂ ਦੇ ਵਾਲ। ਅੱਖਾਂ ਦੇ ਵਾਲ, ਅੱਖਾਂ ਦੀ ਜਾਂ ਭਰਵੱਟਿਆਂ ਦੇ ਵਾਲ ਅੱਖਾਂ ਵਿੱਚ ਦੀ ਸੁਰੱਖਿਆ ਕਰਦੇ ਹਨ, ਕਿਉਂਕਿ ਇਹ ਕਿਸੇ ਵੀ ਧੂੜ ਮਿੱਟੀ ਦੇ ਕਣ ਨੂੰ ਅੱਖਾਂ ਵਿੱਚ ਜਾਣ ਤੋਂ ਰੋਕਦੇ ਹਨ। ਇਸੇ ਤਰ੍ਹਾਂ ਸਾਡੇ ਸਰੀਰ ਦੇ ਵਾਲ, ਸਰੀਰ ਦੇ ਵਾਲ ਸਰੀਰ ਵਿੱਚ ਇਨਸੂਲੇਟਰ ਦੀ ਵਜੋਂ ਕੰਮ ਕਰਦੇ, ਅਰਥਾਤ ਸਾਡੀ ਬਾਡੀ ਨੂੰ ਗਰਮੀ ਅਤੇ ਠੰਡ ਤੋਂ ਬਚਾਉਂਦੇ ਹਨ। ਜ਼ਰੂਰੀ ਹਿੱਸਿਆਂ ਦੇ ਵਾਲ ਅੰਦੋਲਨ ਕਾਰਨ ਪੈਦਾ ਹੋਏ ਰਗੜੇ ਦੇ ਵਿਰੁੱਧ ਕੁਸ਼ਨ ਦਾ ਕੰਮ ਕਰਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਵਾਲਾਂ ਦੀ ਬਣਤਰ ਦੀ। ਵਾਲਾਂ ਨੂੰ ਬੇਸਿਕਲੀ 2 ਭਾਗਾਂ ਤੇ 3 ਲੇਅਰ ਵਿੱਚ ਵੰਡਿਆ ਹੋਇਆ ਹੈ। ਵਾਲ ਦੀ ਅਨਾਟਮੀ ਵਿੱਚ ਵਾਲ ਦੇ 2 ਭਾਗ ਹਨ, ਜਿਸ ਦਾ ਨਾਮ ਹੇਅਰ ਸ਼ਾਫਟ ਤੇ ਹੇਅਰ ਰੂਟ ਹੈ। ਹੇਅਰ ਸ਼ਾਫਟ ਉਹ ਹਿੱਸਾ ਹੈ ਜਿਸ ਨੂੰ ਅਸੀਂ ਦੇਖ ਸਕਦੇ ਹਾਂ। ਹੇਅਰ ਰੂਟ ਉਹ ਹਿੱਸਾ ਹੈ ਜੋ ਸਾਡੇ ਸਕੈਲਪ ਦੇ ਅੰਦਰ ਮੌਜੂਦ ਹੈ। ਇਸ ਡਾਇਗਰਾਮ ਵਿੱਚ ਤੁਸੀਂ ਦੇਖ ਸਕਦੇ ਹੋ। ਹੇਅਰ ਰੂਟ ਕਾਫੀ ਸਾਡੀ ਸਕਿਨ ਦੇ ਅੰਦਰ ਹੁੰਦੀ ਹੈ ਤੇ ਹੇਅਰ ਸ਼ਾਫਟ ਉਹ ਹਿੱਸਾ ਹੈ ਜੋ ਸਾਨੂੰ ਵਿਜ਼ੀਬਲ ਹੁੰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਾਲਾਂ ਦੇ 3 ਲੇਅਰਸ ਦੀ, ਕਿਊਟੀਕਲ, ਕਾਰਟੈਕਸ ਐਂਡ ਮੈਡਿਊਲਾ। ਕਿਊਟੀਕਲ ਵਾਲਾਂ ਦੀ ਬਾਹਰੀ ਪਰਤ ਹੈ। ਇਹ ਵਾਲਾਂ ਦੀ ਸੁਰੱਖਿਆ ਵੀ ਕਰਦੀ ਹੈ। ਕਿਊਟੀਕਲ ਵਾਲਾਂ ਦੀ ਪਹਿਲੀ ਪਰਤ ਹੈ। ਕਿਊਟੀਕਲ ਓਵਰਲੈਪਿੰਗ ਸਕੇਲਸ ਦੀ ਬਣੀ ਹੁੰਦੀ ਹੈ। ਇਸ ਉੱਪਰ ਆਰਜੀ ਕੰਮ ਜਿਵੇਂ ਕਿ ਹੈਡ ਵਾਸ਼, ਬਲੋ ਡਰਾਈ, ਆਇਨਿੰਗ ਆਦਿ ਕੀਤੀ ਜਾਂਦੀ ਹੈ। ਦੂਸਰੀ ਲੇਅਰ ਕਾਰਟੈਕਸ ਲੇਅਰ, ਇਸ ਨੂੰ ਵਾਲਾਂ ਦੀ ਇੰਪੋਰਟੈਂਟ ਲੇਅਰ ਜਾਂ ਦੂਸਰੀ ਲੇਅਰ ਵੀ ਕਿਹਾ ਜਾਂਦਾ ਹੈ। ਇਹ ਮਰੋੜੀਆਂ ਤਾਰਾਂ ਨਾਲ ਬਣੀ ਹੁੰਦੀ ਹੈ। ਇਸ ਉੱਪਰ ਪਰਮਾਨੈਂਟ ਸਰਵਿਸਿਜ਼ ਜਿਵੇਂ ਕਿ ਰਿਬੌਂਡਿੰਗ, ਪਮਿੰਗ ਆਦਿ ਕੀਤੀ ਜਾਂਦੀ ਹੈ। ਇਸ ਲੇਅਰ ਵਿੱਚ ਮੈਲਾਨਿਨ ਸੈਲਸ ਵੀ ਪਾਏ ਜਾਂਦੇ ਹਨ। ਸੋ ਇਹ ਬਹੁਤ ਇੰਪੋਰਟੈਂਟ ਲੇਅਰ ਹੈ। ਤੀਸਰੀ ਮੈਡਿਊਲਾ ਲੇਅਰ। ਮੈਡਿਊਲਾ ਸਭ ਤੋਂ ਅੰਦਰ ਵਾਲੀ ਪਰਤ ਹੈ। ਇਸ ਨੂੰ ਗੈਰ ਜ਼ਰੂਰੀ ਪਰਤ ਵੀ ਕਿਹਾ ਜਾਂਦਾ ਹੈ। ਇਸ ਦਾ ਵੀ ਇੱਕ ਕਾਰਨ ਹੈ, ਕਿਉਂਕਿ ਇਹ ਜ਼ਿਆਦਾਤਰ ਘੁੰਗਰਾਲੇ ਅਤੇ ਮੋਟੇ ਵਾਲਾਂ ਵਿੱਚ ਹੀ ਪਾਈ ਜਾਂਦੀ ਹੈ। ਪਤਲੇ ਜਾਂ ਨਾਰਮਲ ਹੇਅਰਸ ਵਿੱਚ ਇਹ ਨਹੀਂ ਪਾਈ ਜਾਂਦੀ, ਸੋ ਇਸ ਨੂੰ ਗੈਰ ਜ਼ਰੂਰੀ ਪਰਤ ਵੀ ਕਿਹਾ ਜਾਂਦਾ ਹੈ। ਮੈਡਿਊਲਾ ਵਾਲਾਂ ਦਾ ਰੰਗ ਵੀ ਨਿਰਧਾਰਿਤ ਕਰਦੀ ਹੈ। ਸਿਹਤਮੰਦ ਵਾਲ ਹਮੇਸ਼ਾ ਚਮਕਦਾਰ ਤੇ ਸੁੰਦਰ ਦਿਖਾਈ ਦਿੰਦੇ ਹਨ। ਇਸ ਦੇ ਉਲਟ ਕਮਜ਼ੋਰ ਵਾਲ ਹਮੇਸ਼ਾ ਸੁਸਤ ਲੱਗਦੇ ਹਨ। ਜਿਸ ਤਰ੍ਹਾਂ ਅਸੀਂ ਵਾਲਾਂ ਦੀ ਬਣਤਰ ਬਾਰੇ ਜਾਣਿਆ ਹੈ, ਲੇਅਰਸ ਬਾਰੇ ਜਾਣਿਆ ਹੈ, ਹੁਣ ਅਸੀਂ ਵਾਲਾਂ ਦੇ ਵਿਕਾਸ ਚੱਕਰ ਬਾਰੇ ਜਾਣਦੇ ਹਾਂ। ਵਾਲਾਂ ਦਾ ਵਿਕਾਸ ਚੱਕਰ। ਵਾਲਾਂ ਦੇ ਵਿਕਾਸ ਚੱਕਰ ਦੇ ਆਮ ਤੌਰ 'ਤੇ 4 ਸਟੇਜਸ ਹੁੰਦੀਆਂ ਹਨ: ਐਨਾਜਨ, ਕੈਟਾਜਨ, ਟੈਲੋਜਨ ਐਂਡ ਐਕਸੋਜਨ। ਆਓ ਹੁਣ ਅਸੀਂ ਪਹਿਲਾਂ ਵਾਲਾਂ ਦੇ ਵਿਕਾਸ ਚੱਕਰ ਬਾਰੇ ਪੜ੍ਹਦੇ ਹਾਂ। ਵਾਲ ਪ੍ਰਤੀ ਮਹੀਨਾ 1.25 ਸੈਂਟੀਮੀਟਰ ਭਾਵ ਅੱਧਾ ਇੰਚ ਵੱਧਦਾ ਹੈ। ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇੱਕ ਦਿਨ ਵਿੱਚ 80 ਤੋਂ 100 ਵਾਲ ਅਸੀਂ ਗਵਾ ਲੈਂਦੇ ਹਾਂ। ਸਾਰੇ ਵਾਲ ਇਕਸਾਰ ਨਹੀਂ ਆਪਣੀ ਜ਼ਿੰਦਗੀ ਨਹੀਂ ਜੀਂਦੇ ਤੇ ਨਾ ਹੀ ਇਕੱਠੇ ਡਿੱਗਦੇ ਹਨ। ਸੋ ਸਾਰੇ ਵਾਲਾਂ ਦਾ ਆਪੋ ਆਪਣਾ ਇੱਕ ਵਿਕਾਸ ਚੱਕਰ ਹੁੰਦਾ ਹੈ। ਆਓ ਹੁਣ ਅਸੀਂ ਇਸ ਵਿਕਾਸ ਚੱਕਰ ਦੇ ਪੜਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਐਨਾਜਨ, ਕੈਟਾਜਨ, ਟੈਲੋਜਨ ਐਂਡ ਐਕਸੋਜਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਐਨਾਜਨ ਪੜਾਅ। ਐਨਾਜਨ ਪੜਾਅ ਵਾਲਾਂ ਦਾ ਪਹਿਲਾ ਪੜਾਅ ਹੈ। ਇਸ ਵਿੱਚ ਵਾਲ ਲਗਾਤਾਰ ਵੱਧਦੇ ਰਹਿੰਦੇ ਹਨ। ਐਨਾਜਨ ਸਟੇਜ ਵਿੱਚ ਨਵੇਂ ਵਾਲ ਬਹੁਤ ਤੇਜ਼ੀ ਨਾਲ ਵੱਧਦੇ ਹਨ। ਹਰ ਮਹੀਨੇ ਐਨਾਜਨ ਸਟੇਜ ਵਿੱਚ ਵਾਲ 1.25 ਸੈਂਟੀਮੀਟਰ ਵੱਧਦੇ ਹਨ। ਇਸ ਸਟੇਜ ਵਿੱਚ ਵਾਲਾਂ ਦਾ ਵਾਧਾ ਲਗਾਤਾਰ ਹੁੰਦਾ ਹੀ ਰਹਿੰਦਾ ਹੈ, ਭਾਵ ਵਾਲਾਂ ਦੇ ਨਵੇਂ ਸੈਲਸ ਬਣਦੇ ਹੀ ਰਹਿੰਦੇ ਹਨ। ਕੈਟਾਜਨ ਸਟੇਜ। ਕੈਟਾਜਨ ਸਟੇਜ ਵਿੱਚ ਵਾਲਾਂ ਦਾ ਵਿਕਾਸ ਚੱਕਰ ਦਾ ਦੂਸਰਾ ਪੜਾਅ ਹੈ। ਇਸ ਸਮੇਂ ਦੌਰਾਨ ਫੋਲੀਕਲ ਦੀ ਤਬਦੀਲੀਆਂ ਆਉਂਦੀਆਂ ਹਨ।
ਤਬਦੀਲੀਆਂ ਵਿੱਚੋਂ ਲੰਘਦਾ ਹੈ ਜਾਂ ਤਬਦੀਲੀਆਂ ਆਉਂਦੀਆਂ ਹਨ। ਵਾਲਾਂ ਦਾ ਵਾਧਾ ਨਹੀਂ ਹੁੰਦਾ। ਇਸ ਪੜਾਅ ਵਿੱਚ ਲਗਭਗ ਵਾਲ 2 ਹਫ਼ਤਿਆਂ ਤੱਕ ਰਹਿੰਦਾ ਹੈ। ਭਾਵ ਇਸ ਦੀ ਗਰੋਥ ਇਸ ਪੜਾਅ ਵਿੱਚ ਘੱਟ ਹੁੰਦੀ ਹੈ, ਰੈਸਟ ਜ਼ਿਆਦਾ ਹੁੰਦੀ ਹੈ। ਤੀਸਰਾ, ਟੈਲੋਜਨ ਪੜਾਅ। ਟੈਲੋਜਨ ਪੜਾਅ ਵਿੱਚ ਵਾਲ ਆਰਾਮ ਕਰਦਾ ਹੈ ਅਤੇ ਵੱਧਦਾ ਨਹੀਂ ਹੈ। ਇਸ ਸਟੇਜ ਵਿੱਚ ਵਾਲ 3 ਤੋਂ 4 ਮਹੀਨਿਆਂ ਤੱਕ ਰਹਿੰਦਾ ਹੈ। ਟੈਲੋਜਨ ਸਟੇਜ ਵਿੱਚ ਵਾਲ ਬਿਲਕੁਲ ਵੀ ਨਹੀਂ ਵੱਧਦਾ, ਸਿਰਫ ਤੇ ਸਿਰਫ ਆਰਾਮ ਕਰਦਾ ਹੈ। ਸੋ ਇਸ ਤੋਂ ਅੱਗੇ ਹੈ ਐਕਸੋਜਨ ਸਟੇਜ। ਐਕਸੋਜਨ ਸਟੇਜ ਉਹ ਸਟੇਜ ਹੁੰਦੀ ਹੈ ਜਦੋਂ ਪੁਰਾਣਾ ਵਾਲ ਡਿੱਗਦਾ ਨਹੀਂ ਅਤੇ ਨਵਾਂ ਵਾਲ ਵੀ ਦੁਬਾਰਾ ਉੱਗਣਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਐਕਸੋਜਨ ਸਟੇਜ ਕਿਹਾ ਜਾਂਦਾ ਹੈ। ਭਾਵ ਨਵਾਂ ਵਾਲ ਬਣ ਜਾਂਦਾ ਹੈ, ਪੁਰਾਣਾ ਵਾਲ ਡਿੱਗਿਆ ਨਹੀਂ ਹੁੰਦਾ ਅਤੇ ਉਹ ਉਸ ਨੂੰ ਪੁਸ਼ ਕਰਦਾ ਹੈ ਡਿੱਗਣ ਵਾਸਤੇ। ਉਸ ਫੇਸ ਨੂੰ ਐਕਸੋਜਨ ਫੇਸ ਕਿਹਾ ਜਾਂਦਾ ਹੈ। ਤੁਸੀਂ ਇਸ ਪਿਕਚਰਸ ਵਿੱਚ ਦੇਖ ਸਕਦੇ ਹੋ। ਹੁਣ ਅਸੀਂ ਵਾਲਾਂ ਦੇ ਸਟਰਕਚਰ ਬਾਰੇ ਜਾਣ ਲਿਆ ਹੈ। ਆਓ ਅਸੀਂ ਹੁਣ ਵੈਕਸਿੰਗ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸੋ ਸਾਡਾ ਪਹਿਲਾ ਸੈਸ਼ਨ ਹੈ ਵੈਕਸਿੰਗ। ਵੈਕਸਿੰਗ ਪ੍ਰੋਸੀਜਰ। ਵੈਕਸਿੰਗ ਕੀ ਹੈ? ਹੁਣ ਅਸੀਂ ਵੈਕਸ ਬਾਰੇ ਗੱਲ ਕਰਦੇ ਹਾਂ। ਵਾਲ ਹਟਾਉਣ ਦੀ ਇੱਕ ਅਸਥਾਈ ਤਰੀਕਾ ਹੈ। ਵੈਕਸਿੰਗ ਵਿੱਚ ਵਾਲ ਹਟਾਉਣ ਲਈ ਗਰਮ ਵੈਕਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਸਿੱਧੇ ਚਮੜੀ 'ਤੇ ਅਪਲਾਈ ਕੀਤਾ ਜਾਂਦਾ ਹੈ। ਵੈਕਸਿੰਗ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਕੀਤੀ ਜਾ ਸਕਦੀ ਹੈ, ਜਿਵੇਂ ਆਈਬ੍ਰੋ, ਚਿਹਰੇ, ਬਾਹਾਂ, ਲੱਤਾਂ, ਅੰਡਰਆਰਮਸ, ਬਿਕਨੀ ਆਦਿ। ਇਹ ਸਸਤਾ ਤੇ ਸਭ ਤੋਂ ਆਸਾਨ ਤਰੀਕਾ ਹੈ। ਇੱਕ ਅਥੀਸ਼ੀਅਨ ਜਾਂ ਕਾਸਮੈਟੋਲੋਜਿਸਟ ਦੁਆਰਾ ਵੈਕਸ ਨੂੰ ਕੀਤਾ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵੈਕਸ ਦੇ ਪ੍ਰਭਾਵ ਜਾਂ ਲਾਭ। ਵੈਕਸ ਦੇ ਕੀ ਲਾਭ ਹਨ? ਆਓ ਅਸੀਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵਾਲਾਂ ਨੂੰ ਵੈਕਸ ਕਰਨ ਨਾਲ ਕੀ ਫਾਇਦੇ ਹਨ, ਇਸ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਵੈਕਸ ਇੱਕੋ ਸਮੇਂ 'ਤੇ ਕਾਫੀ ਸਾਰੇ ਵਾਲਾਂ ਨੂੰ ਹਟਾ ਦਿੰਦੀ ਹੈ ਜਾਂ ਉਤਾਰ ਦਿੰਦੀ ਹੈ। ਸ਼ੇਵਿੰਗ ਨਾਲੋਂ ਵੈਕਸਿੰਗ ਦੀ ਰੀਗਰੋਥ ਕਾਫੀ ਹੌਲੀ ਹੁੰਦੀ ਹੈ ਜਾਂ ਸਲੋ ਹੁੰਦੀ ਹੈ, ਕਿਉਂਕਿ ਸ਼ੇਵਿੰਗ ਨਾਲ ਵਾਲਾਂ ਨੂੰ ਰੂਟਸ ਤੋਂ ਰਿਮੂਵ ਨਹੀਂ ਕੀਤਾ ਜਾਂਦਾ, ਬਲਕਿ ਉਸ ਨੂੰ ਕੱਟਿਆ ਜਾਂਦਾ ਹੈ। ਇਸ ਦੇ ਉਲਟ ਵੈਕਸਿੰਗ ਨਾਲ ਵਾਲਾਂ ਨੂੰ ਰੂਟਸ ਤੋਂ ਉਤਾਰਿਆ ਜਾਂਦਾ ਹੈ ਜਾਂ ਕੱਢਿਆ ਜਾਂਦਾ ਹੈ। ਇਸ ਲਈ ਇਸ ਦੀ ਗਰੋਥ ਸ਼ੇਵਿੰਗ ਦੇ ਮੁਕਾਬਲੇ ਕਾਫੀ ਹੌਲੀ ਹੁੰਦੀ ਹੈ। ਵੈਕਸਿੰਗ ਨਾਲ ਜਿੱਥੇ ਅਸੀਂ ਹੇਅਰ ਰਿਮੂਵਲ ਤਾਂ ਕਰਦੇ ਹੀ ਹਾਂ, ਪਰ ਇਸ ਨਾਲ ਅਸੀਂ ਆਪਣੀ ਚਮੜੀ ਦੀ ਟੈਨਿੰਗ ਨੂੰ ਵੀ ਹਟਾ ਸਕਦੇ ਹਾਂ। ਸੋ ਵੈਕਸਿੰਗ ਨੂੰ ਹੇਅਰ ਗਰੋਥ, ਰਿਮੂਵਲ ਐਂਡ ਟੈਨਿੰਗ ਦੇ ਵਜੋਂ ਵਰਤਿਆ ਜਾਂਦਾ ਹੈ। ਜਿੱਥੇ ਵੈਕਸਿੰਗ ਦੇ ਕੁਝ ਫਾਇਦੇ ਹਨ, ਉੱਥੇ ਇਸ ਦੇ ਕੁਝ ਨੁਕਸਾਨ ਵੀ ਹਨ। ਆਓ ਹੁਣ ਅਸੀਂ ਇਹਨਾਂ ਨੁਕਸਾਨ ਬਾਰੇ ਵੀ ਜਾਣ ਲੈਂਦੇ ਹਾਂ ਕਿ ਵੈਕਸਿੰਗ ਦੇ ਕੀ ਨੁਕਸਾਨ ਹਨ। ਆਓ ਇਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵੈਕਸਿੰਗ ਜਦੋਂ ਅਸੀਂ ਕਰਦੇ ਹਾਂ, ਦਰਦ ਤਾਂ ਹੁੰਦੀ ਹੈ। ਹਾਲਾਂਕਿ ਦਰਦ ਲੰਬੇ ਸਮੇਂ ਤੱਕ ਨਹੀਂ ਰਹਿੰਦੀ, ਪਰ ਕੁਝ ਸਮੇਂ ਤੱਕ ਇਸ ਨਾਲ ਦਰਦ ਹੁੰਦੀ ਹੈ। ਵੈਕਸਿੰਗ ਸੰਵੇਦਨਸ਼ੀਲ ਚਮੜੀ 'ਤੇ ਸੋਜ ਆ ਜਾਂਦੀ ਆ ਜਾਂ ਛਾਲੇ ਹੋ ਜਾਂਦੇ ਆ। ਸੈਂਸਿਟਿਵ ਸਕਿਨ ਵਾਸਤੇ ਇਹ ਜ਼ਿਆਦਾ ਫਾਇਦੇਮੰਦ ਨਹੀਂ ਹੁੰਦੀ। ਵੈਕਸਿੰਗ ਨਾਲ ਪਤਲੀ ਚਮੜੀ 'ਤੇ ਜਾਂ ਨਾਜ਼ੁਕ ਹਿੱਸਿਆਂ 'ਤੇ ਸਕਿਨ ਵਿੱਚੋਂ ਖੂਨ ਵੀ ਨਿਕਲ ਆਉਂਦਾ ਹੈ। ਇਹ ਸਨ ਵੈਕਸਿੰਗ ਦੇ ਨੁਕਸਾਨ। ਹੁਣ ਅਸੀਂ ਵੈਕਸਿੰਗ ਦੇ 24 ਤੋਂ 48 ਘੰਟੇ ਪਹਿਲਾਂ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵੈਕਸਿੰਗ ਵਾਲੀ ਜਗ੍ਹਾ 'ਤੇ ਬੋਡੀ ਲੋਸ਼ਨ ਨਹੀਂ ਲਾਉਣਾ ਚਾਹੀਦਾ। ਜਿੱਥੇ ਅਸੀਂ ਵੈਕਸਿੰਗ ਕਰਾਉਣ ਜਾ ਰਹੇ ਹਾਂ, ਉਸ ਭਾਗ 'ਤੇ ਸਾਨੂੰ ਕੋਈ ਵੀ ਬੋਡੀ ਲੋਸ਼ਨ, ਬੇਬੀ ਤੇਲ ਜਾਂ ਕਿਸੇ ਵੀ ਤੇਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਗਰੋਥ ਨੂੰ ਪ੍ਰੋਪਰਲੀ ਕੱਢਿਆ ਜਾ ਸਕੇ, ਤਾਂ ਕਿ ਗਰੋਥ ਨੂੰ ਪ੍ਰੋਪਰਲੀ ਕੱਢਿਆ ਜਾ ਸਕੇ। ਵੈਕਸਿੰਗ ਕਰਾਉਣ ਤੋਂ 3 ਦਿਨ ਪਹਿਲਾਂ ਵੈਕਸਿੰਗ ਵਾਲੇ ਹੇਅਰਸ ਨੂੰ ਨਹੀਂ ਕੱਟਣਾ ਚਾਹੀਦਾ, ਸੋ ਪ੍ਰੋਪਰਲੀ ਗਰੋਥ ਰਿਮੂਵ ਕੀਤੀ ਜਾ ਸਕਦੇ। ਹੁਣ ਅਸੀਂ ਵੈਕਸਿੰਗ ਵਿੱਚ ਵਰਤੇ ਜਾਣ ਵਾਲੇ ਉਤਪਾਦਾਂ
ਔਜ਼ਾਰਾਂ ਤੇ ਟੂਲਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਇਹਨਾਂ ਉਤਪਾਦਾਂ ਨੂੰ ਵੈਕਸਿੰਗ ਦੌਰਾਨ ਸਾਨੂੰ ਕਿਹੜੇ ਉਤਪਾਦ ਚਾਹੀਦੇ ਹਨ। ਵੈਕਸਿੰਗ ਲਈ ਵਰਤੇ ਜਾਂਦੇ ਉਤਪਾਦ: ਵੈਕਸ ਹੀਟਰ ਵੈਕਸ ਗਰਮ ਕਰਨ ਲਈ, ਵੈਕਸ ਸਟ੍ਰਿਪਸ ਵੈਕਸ ਨਾਲ ਵੈਕਸ ਸਟ੍ਰਿਪਸ ਸਰੀਰ ਤੋਂ ਵੈਕਸ ਨੂੰ ਹਟਾਉਣ ਲਈ, ਵੈਕਸ ਵਾਲ ਹਟਾਉਣ ਲਈ, ਐਂਟੀਸੈਪਟਿਕ ਲੋਸ਼ਨ ਕੀਟਾਣੂਆਂ ਨੂੰ ਖਤਮ ਕਰਨ ਲਈ, ਪਾਊਡਰ ਚਮੜੀ ਨੂੰ ਡਰਾਈ ਕਰਨ ਲਈ, ਕਾਟਨ ਉਤਪਾਦਾਂ ਨੂੰ ਸਾਫ਼ ਕਰਨ ਲਈ, ਕੈਂਚੀ ਲੰਬੇ ਵਾਲਾਂ ਨੂੰ ਕੱਟਣ ਲਈ, ਸਪੈਚੂਲਾ ਵੈਕਸ ਅਪਲਾਈ ਕਰਨ ਲਈ, ਟਿਸ਼ੂ ਸਫਾਈ ਲਈ, ਵੈਕਸ ਆਫਟਰ ਵੈਕਸਿੰਗ ਲੋਸ਼ਨ ਵੈਕਸ ਤੋਂ ਬਾਅਦ ਲਗਾਉਣ ਵਾਸਤੇ, ਤੌਲੀਆ ਕਲਾਇੰਟ ਅਤੇ ਥੈਰੇਪਿਸਟ ਵਾਸਤੇ, ਡਿਸਪੋਜ਼ੇਬਲ ਸ਼ੀਟ ਡਿਸਪੋਜ਼ ਕਰਨ ਵਾਸਤੇ, ਦਸਤਾਨੇ ਹੈਂਡ ਪ੍ਰੋਟੈਕਟ ਕਰਨ ਵਾਸਤੇ। ਸੋ ਇਹ ਸਨ ਵੈਕਸਿੰਗ ਦਾ ਪ੍ਰੋਸੀਜਰ, ਸਾਵਧਾਨੀਆਂ, ਨੁਕਸਾਨ, ਲਾਭ ਤੇ ਇਸ ਦੇ ਔਜ਼ਾਰ ਉਤਪਾਦ। ਆਓ ਹੁਣ ਅਸੀਂ ਗੱਲ ਕਰਦੇ ਹਾਂ ਥ੍ਰੈਡਿੰਗ ਦੀ। ਸਾਡਾ ਦੂਸਰਾ ਸੈਕਸ਼ਨ ਹੈ ਥ੍ਰੈਡਿੰਗ। ਆਓ ਹੁਣ ਅਸੀਂ ਥ੍ਰੈਡਿੰਗ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਥ੍ਰੈਡਿੰਗ ਕੀ ਹੈ? ਥ੍ਰੈਡਿੰਗ ਚਿਹਰੇ ਤੋਂ ਵਾਲ ਹਟਾਉਣ ਦਾ ਸਭ ਤੋਂ ਆਮ ਵਿਧੀ ਹੈ, ਪਰ ਇਸ ਦਾ ਨੁਕਸਾਨ ਇਹ ਹੈ ਕਿ ਇਹ ਅਸਥਾਈ ਹੈ, ਭਾਵ ਸਮੇਂ-ਸਮੇਂ 'ਤੇ ਸਾਨੂੰ ਇਸ ਨੂੰ ਦੁਹਰਾਉਣਾ ਪੈਂਦਾ ਹੈ। ਇਹ ਆਈਬ੍ਰੋ ਅਤੇ ਉੱਪਰਲੇ ਬੁੱਲ੍ਹ ਲਈ ਕਾਫੀ ਫਾਇਦੇਮੰਦ ਤਰੀਕਾ ਹੈ। ਦਰਅਸਲ ਥ੍ਰੈਡਿੰਗ ਆਈਬ੍ਰੋਜ਼ ਨੂੰ ਸ਼ੇਪ ਜਾਂ ਆਕਾਰ ਦੇਣ ਲਈ ਕੀਤੀ ਜਾਂਦੀ ਹੈ। ਵਾਰ-ਵਾਰ ਥ੍ਰੈਡਿੰਗ ਕਰਨ ਨਾਲ ਚਮੜੀ 'ਤੇ ਜਲਣ ਹੋ ਸਕਦੀ ਹੈ, ਸੰਵੇਦਨਸ਼ੀਲ ਚਮੜੀ 'ਤੇ ਲਾਲੀ ਜਾਂ ਧੱਫੜ ਹੋ ਸਕਦੇ ਹਨ। ਹੁਣ ਅਸੀਂ ਥ੍ਰੈਡਿੰਗ ਦੇ ਲਾਭ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਥ੍ਰੈਡਿੰਗ ਦੇ ਕੀ ਲਾਭ ਹਨ। ਥ੍ਰੈਡਿੰਗ ਵਿੱਚ ਵੈਕਸਿੰਗ ਨਾਲੋਂ ਘੱਟ ਦਰਦ ਹੁੰਦਾ ਹੈ ਜਾਂ ਬਾਕੀ ਹੇਅਰ ਰਿਮੂਵਲ ਮੈਥਡ ਨਾਲੋਂ ਘੱਟ ਦਰਦ ਹੁੰਦਾ ਹੈ। ਥ੍ਰੈਡਿੰਗ ਵਿੱਚ ਬਾਕੀ ਹੇਅਰ ਰਿਮੂਵਲ ਮੈਥਡਸ ਨਾਲੋਂ ਘੱਟ ਸਮਾਂ ਲੱਗਦਾ ਹੈ। ਥ੍ਰੈਡਿੰਗ ਇੱਕ ਅਜਿਹਾ ਤਰੀਕਾ ਹੈ ਜਿਸ ਨਾਲ ਇੱਕ ਸਮੇਂ 'ਤੇ ਕਾਫੀ ਸਾਰੇ ਵਾਲ ਹਟਾਏ ਜਾ ਸਕਦੇ ਹਨ, ਸੋ ਇਹ ਘੱਟ ਸਮਾਂ ਲੱਗਦਾ ਹੈ। ਇਸ ਨਾਲ ਇਹ ਸਾਰੀਆਂ ਕਿਸਮਾਂ ਦੀ ਚਮੜੀ 'ਤੇ ਕੀਤੀ ਜਾ ਸਕਦੀ ਹੈ। ਇਹ ਹਰ ਇੱਕ ਤਰ੍ਹਾਂ ਦੀ ਚਮੜੀ, ਚਾਹੇ ਉਹ ਓਇਲੀ ਹੋਵੇ, ਡਰਾਈ ਹੋਵੇ, ਨਾਰਮਲ ਹੋਵੇ, ਕੰਬੀਨੇਸ਼ਨ ਹੋਵੇ, ਹਰ ਤਰ੍ਹਾਂ ਦੀ ਚਮੜੀ 'ਤੇ ਇਹ ਫਾਇਦੇਮੰਦ ਹੈ ਜਾਂ ਲਾਹੇਵੰਦ ਹੈ। ਇਸ ਵਿੱਚ ਕਿਸੇ ਵੀ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ, ਸੋ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ, ਭਾਵ ਇਹ ਚਿਹਰੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹੁਣ ਅਸੀਂ ਥ੍ਰੈਡਿੰਗ ਦੀ ਤਕਨੀਕ ਬਾਰੇ ਪੜ੍ਹਦੇ ਹਾਂ। ਥ੍ਰੈਡਿੰਗ ਦੀ ਤਕਨੀਕ: ਥ੍ਰੈਡਿੰਗ ਲਈ ਸਾਨੂੰ ਇੱਕ ਸੂਤੀ ਧਾਗਾ ਚਾਹੀਦਾ ਹੁੰਦਾ ਹੈ, ਜਿਸ ਥ੍ਰੈਡ ਦੀ ਲੰਬਾਈ 24 ਤੋਂ 30 ਇੰਚ ਹੋਣੀ ਚਾਹੀਦੀ ਹੈ। ਸ਼ੁਰੂ ਵਿੱਚ ਅਭਿਆਸ ਜੇਕਰ ਸ਼ੁਰੂ ਵਿੱਚ ਕਿਸੇ ਨੇ ਸਿੱਖਣਾ ਹੋਵੇ ਤਾਂ ਇਸ ਦੀ ਲੰਬਾਈ ਦੀ ਘੱਟ ਜ਼ਰੂਰਤ ਹੁੰਦੀ ਹੈ। ਥ੍ਰੈਡਿੰਗ ਜ਼ਿਆਦਾਤਰ ਆਈਬ੍ਰੋਜ਼ ਨੂੰ ਰੂਪ ਦੇਣ ਲਈ ਹੀ ਕੀਤੀ ਜਾਂਦੀ ਹੈ। ਹੁਣ ਅਸੀਂ ਥ੍ਰੈਡਿੰਗ ਦੇ ਟੂਲਸ ਤੇ ਸਮਾਨਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਸਾਨੂੰ ਥ੍ਰੈਡਿੰਗ ਵਾਸਤੇ ਕਿਹੜੇ ਟੂਲਸ ਜਾਂ ਸਮਾਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਥ੍ਰੈਡਿੰਗ ਕਰਨ ਲਈ ਸਾਨੂੰ ਇੱਕ ਪਤਲਾ ਧਾਗਾ ਜਿਸ ਦੀ ਲੰਬਾਈ 24 ਇੰਚ ਹੋਣੀ ਚਾਹੀਦੀ ਹੈ। ਧਾਗਾ ਮਜ਼ਬੂਤ ਅਤੇ ਚੰਗੀ ਮਿਆਦ ਕੁਆਲਿਟੀ ਦਾ ਹੋਣਾ ਚਾਹੀਦਾ ਹੈ। ਆਈਬ੍ਰੋ ਸੀਜ਼ਰ ਲੰਬੇ ਵਾਲਾਂ ਨੂੰ ਕੱਟਣ ਲਈ, ਪਾਊਡਰ ਚਮੜੀ ਤੋਂ ਮੋਇਸਚਰ ਹਟਾਉਣ ਵਾਸਤੇ, ਕਾਟਨ ਪਾਊਡਰ ਅਤੇ ਲਾਸਟ ਵਿੱਚ ਟੋਨਰ ਐਪਲੀਕੇਸ਼ਨ ਵਾਸਤੇ, ਆਈਬ੍ਰੋ ਬ੍ਰਸ਼ ਆਈਬ੍ਰੋਜ਼ ਨੂੰ ਬ੍ਰਸ਼ ਕਰਨ ਵਾਸਤੇ, ਟੋਨਰ ਥ੍ਰੈਡਿੰਗ ਤੋਂ ਬਾਅਦ ਲਗਾਉਣ ਵਾਸਤੇ। ਇਹ ਸਨ ਥ੍ਰੈਡਿੰਗਸ ਦੇ ਟੂਲਸ ਤੇ ਔਜ਼ਾਰ ਜਿਨ੍ਹਾਂ ਦੀ ਵਰਤੋਂ ਅਸੀਂ ਥ੍ਰੈਡਿੰਗ ਦੌਰਾਨ ਕਰਦੇ ਹਾਂ। ਥ੍ਰੈਡਿੰਗ ਉੱਪਰ ਵਾਲੇ ਲਿਪਸ ਤੇ ਆਈਬ੍ਰੋਜ਼ ਲਈ ਵਰਤੀ ਜਾਂਦੀ ਇੱਕ ਆਮ ਅਤੇ ਵਧੀਆ ਤਕਨੀਕ ਹੈ। ਹੁਣ ਅਸੀਂ ਤੀਸਰਾ ਸੈਸ਼ਨ, ਜੋ ਕਿ ਦੂਸਰੇ ਯੂਨਿਟ ਦਾ ਬਲੀਚਿੰਗ ਪ੍ਰੋਸੀਜਰ ਹੈ, ਉਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਬਲੀਚਿੰਗ ਕੀ ਹੈ? ਬਲੀਚ ਨਾਲ ਸਰੀਰ ਜਾਂ ਚਿਹਰੇ ਦੇ ਅਣਚਾਹੇ ਵਾਲਾਂ ਦੇ ਰੰਗ ਨੂੰ ਫਿੱਕਾ ਕੀਤਾ ਜਾ ਸਕਦਾ ਹੈ। ਬਲੀਚ ਵਿੱਚ ਦੋ ਮੇਨ ਰਸਾਇਣਿਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਵਾਲਾਂ ਨੂੰ ਹਟਾਉਂਦੀ ਨਹੀਂ ਹੈ, ਸਗੋਂ ਵਾਲਾਂ ਦੇ ਰੰਗ ਨੂੰ ਫਿੱਕਾ ਕਰ ਦਿੰਦੀ ਹੈ, ਜਿਸ ਕਰਕੇ ਵਾਲਾਂ ਦਾ ਰੰਗ ਸੁਨਹਿਰੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਚਮੜੀ ਸਾਫ਼ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਬਲੀਚ ਦੇ ਵਿੱਚ ਦੋ ਮੇਨ ਕੈਮੀਕਲ ਵਰਤੇ ਜਾਂਦੇ ਹਨ, H2O2 ਐਂਡ NH3। ਇਹਨਾਂ ਦੀ ਵਰਤੋਂ ਬਲੀਚ ਵਿੱਚ ਕੀਤੀ ਜਾਂਦੀ ਹੈ। ਅਗਰ ਕੋਈ ਕਲਾਇੰਟ ਪਹਿਲੀ ਵਾਰ ਬਲੀਚ ਕਰਵਾ ਰਿਹਾ ਹੈ ਤਾਂ ਉਸਦੇ ਪੈਚ ਟੈਸਟ ਕਰਨਾ ਬਹੁਤ ਜ਼ਰੂਰੀ ਹੈ। ਆਓ ਅਸੀਂ ਜਾਣਦੇ ਹਾਂ ਕਿ ਪੈਚ ਟੈਸਟ ਕੀ ਹੈ। ਪੈਚ ਟੈਸਟ ਇੱਕ ਅਜਿਹਾ ਟੈਸਟ ਹੁੰਦਾ ਹੈ ਜਿਸ ਵਿੱਚ ਕਲਾਇੰਟ ਦੀ ਚਮੜੀ ਬਾਰੇ ਜਾਣਿਆ ਜਾਂਦਾ ਹੈ। ਕੋਈ ਵੀ ਕੈਮੀਕਲ ਦੀ ਵਰਤੋਂ ਜਦੋਂ ਅਸੀਂ ਕਲਾਇੰਟ 'ਤੇ ਪਹਿਲੀ ਵਾਰ ਕਰਦੇ ਹਾਂ ਤਾਂ ਉਸ ਸਮੇਂ ਇੱਕ ਟੈਸਟ ਕੀਤਾ ਜਾਂਦਾ ਹੈ ਜਿਸ ਨੂੰ ਪੈਚ ਟੈਸਟ ਕਿਹਾ ਜਾਂਦਾ ਹੈ। ਸੋ ਬਲੀਚ ਵੀ ਇੱਕ ਕੈਮੀਕਲ ਪ੍ਰੋਸੀਜਰ ਹੈ। ਸਾਨੂੰ ਬਲੀਚ ਕਰਨ ਤੋਂ ਪਹਿਲਾਂ ਵੀ ਕਲਾਇੰਟ ਦੇ ਉੱਪਰ ਇੱਕ ਪੈਚ ਟੈਸਟ ਕਰਨਾ ਜ਼ਰੂਰੀ ਹੈ। ਪੈਚ ਟੈਸਟ ਲਈ ਲੋੜੀਂਦੇ ਸਮਾਨ ਬਾਰੇ ਅਸੀਂ ਤੁਹਾਨੂੰ ਹੁਣ ਦੱਸਦੇ ਹਾਂ ਕਿ ਇਸ ਵਿੱਚ ਦੇ ਲੋੜੀਂਦੇ ਏਜੰਟਸ ਕਿਹੜੇ ਹਨ। ਪੈਚ ਟੈਸਟ ਵਿੱਚ 1 ਚਮਚ ਬਲੀਚ ਕਰੀਮ ਲਓ। ਬਲੀਚ ਕਰੀਮ ਵਿੱਚ ਥੋੜ੍ਹਾ ਜਿਹਾ 2 ਤੋਂ 3 ਦਾਣੇ ਅਮੋਨੀਆ ਦੇ ਪਾਓ। ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲਓ। ਹਿਲਾਉਣ ਤੋਂ ਬਾਅਦ ਪੈਚ ਟੈਸਟ ਮਿਸ਼ਰਣ ਨੂੰ ਕਲਾਇੰਟ ਦੇ ਕੰਨ ਦੇ ਪਿੱਛੇ ਲਗਾਓ। ਪੈਚ ਟੈਸਟ ਲਗਾਉਣ ਤੋਂ ਬਾਅਦ ਕਲਾਇੰਟ ਨੂੰ 10 ਤੋਂ 15 ਮਿੰਟ ਵਾਸਤੇ ਛੱਡ ਦਿਓ। ਇਸ ਦੌਰਾਨ ਕਲਾਇੰਟ ਨੂੰ ਉਸਦੀ ਪਰੇਸ਼ਾਨੀ ਬਾਰੇ ਪੁੱਛੋ। ਜੇਕਰ ਉਸਨੂੰ ਖੁਜਲੀ ਖਾਜ ਹੋ ਰਹੀ ਹੈ ਤਾਂ ਉਸ ਟੈਸਟ 'ਤੇ ਲਗਾਇਆ ਮਿਸ਼ਰਣ ਰਿਮੂਵ ਕਰ ਦਿਓ। ਜੇਕਰ ਗਾਹਕ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਤਾਂ ਤੁਸੀਂ ਕਲਾਇੰਟ ਨੂੰ ਬਲੀਚ ਲਗਾ ਸਕਦੇ ਹੋ। ਜੇਕਰ ਇਸ ਦੌਰਾਨ ਕਲਾਇੰਟ ਨੂੰ ਅਗਰ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਕਲਾਇੰਟ 'ਤੇ ਬਲੀਚ ਐਪਲੀਕੇਸ਼ਨ ਨਹੀਂ ਕਰਨੀ। ਹੁਣ ਅਸੀਂ ਗੱਲ ਕਰਦੇ ਹਾਂ ਬਲੀਚ ਲਈ ਵਰਤੇ ਜਾਂਦੇ ਸਮਾਨ ਦੀ। ਬਲੀਚ ਵਾਸਤੇ ਕੁਝ ਮੇਨ ਸਮਾਨ ਜੋ ਅਸੀਂ ਵਰਤਦੇ ਹਾਂ ਉਸ ਬਾਰੇ ਗੱਲ ਕਰਦੇ ਹਾਂ। ਹੈਡਬੈਂਡ ਜੋ ਕਿ ਕਲਾਇੰਟ ਦੇ ਹੈਡ ਨੂੰ ਕਵਰ ਕਰਨ ਵਾਸਤੇ ਵਰਤਿਆ ਜਾਂਦਾ ਹੈ। ਮੱਧਮ ਅਤੇ ਛੋਟੇ ਆਕਾਰ ਦੇ ਟਾਵਲ ਕਲਾਇੰਟ ਤੇ ਥੈਰੇਪਿਸਟ ਵਾਸਤੇ। ਕਲੈਂਜ਼ਿੰਗ ਮਿਲਕ ਫੇਸ ਕਲੈਂਜ਼ਿੰਗ ਵਾਸਤੇ। ਅੱਖਾਂ ਦੇ ਪੈਡ ਜਿਵੇਂ ਕਿ ਖੀਰੇ ਦੇ ਟੁਕੜੇ, ਟੀ ਬੈਗ ਆਦਿ ਅੱਖਾਂ ਨੂੰ ਕਵਰ ਕਰਨ ਵਾਸਤੇ। ਪਲਾਸਟਿਕ ਦੇ ਛੋਟੇ ਵੱਡੇ ਬਾਉਲ ਅਤੇ ਟਰੇ ਬਲੀਚ ਸਮਾਨ ਪਾਉਣ ਵਾਸਤੇ। ਬਲੀਚਿੰਗ ਕਰੀਮ ਅਤੇ ਅਮੋਨੀਆ ਕਲਾਇੰਟ ਦੇ ਚਿਹਰੇ 'ਤੇ ਲਗਾਉਣ ਵਾਸਤੇ। ਨਮੀ ਲਈ ਮੋਇਸਚਰਾਈਜ਼ਰ, ਲੈਕਟੋਕੈਲਾਮਾਈਨ ਜਾਂ ਆਈਸ ਕਿਊਬ ਬਲੀਚਿੰਗ ਤੋਂ ਬਾਅਦ ਲਗਾਉਣ ਵਾਸਤੇ। ਇਹ ਸਨ ਬਲੀਚ ਵਾਸਤੇ ਵਰਤੇ ਜਾਂਦਾ ਸਮਾਨ। ਹੁਣ ਅਸੀਂ ਗੱਲ ਕਰਦੇ ਹਾਂ ਬਲੀਚ ਦੇ ਲਾਭ ਦੀ ਕਿ ਬਲੀਚ ਦੇ ਕੀ ਫਾਇਦੇ ਹਨ ਅਤੇ ਕੀ ਨੁਕਸਾਨ ਹਨ। ਬਲੀਚ ਦੇ ਕੁਝ ਫਾਇਦੇ ਹਨ। ਇਸ ਦਾ ਨਤੀਜਾ ਤੁਰੰਤ ਆਉਂਦਾ ਹੈ। ਸੂਰਜ ਨਾਲ ਹੋਈ ਚਮੜੀ ਟੈਨਿੰਗ ਨੂੰ ਹਟਾਇਆ ਜਾ ਸਕਦਾ ਹੈ। ਇਹ ਚਮੜੀ ਦੇ ਮਾਰਕ ਨੂੰ ਫਿੱਕਾ ਕਰਕੇ ਚਮੜੀ ਨੂੰ ਲਾਈਟ ਕਰਦੀ ਹੈ, ਭਾਵ ਇਹ ਤੁਰੰਤ ਹੀ ਰਿਜ਼ਲਟ ਦਿੰਦੀ ਹੈ। ਜਿਸ ਤਰ੍ਹਾਂ ਬਲੀਚ ਦੇ ਕੁਝ ਫਾਇਦੇ ਹਨ ਉਸ ਤਰ੍ਹਾਂ ਬਲੀਚ ਦੇ ਕੁਝ ਨੁਕਸਾਨ ਵੀ ਹਨ। ਬਲੀਚ ਦੇ ਨੁਕਸਾਨ ਜਿਵੇਂ ਇਹ ਜ਼ਿਆਦਾ ਕਰਨ ਨਾਲ ਚਮੜੀ ਨੂੰ ਡਰਾਈ ਕਰ ਦਿੰਦੀ ਹੈ। ਜ਼ਿਆਦਾ ਬਲੀਚ ਕਰਨ ਨਾਲ ਸਕਿਨ ਸੈਂਸਿਟਿਵ ਹੋ ਸਕਦੀ ਹੈ ਅਤੇ ਨਾਜ਼ੁਕ ਚਮੜੀ ਲਈ ਇਹ ਹਾਰਮਫੁਲ ਹੋ ਸਕਦੀ ਹੈ। ਮੈਂ ਆਸ਼ਾ ਕਰਦੀ ਹਾਂ ਕਿ ਮੈਂ ਤੁਹਾਨੂੰ ਅੱਜ ਬਲੀਚਿੰਗ, ਵੈਕਸਿੰਗ ਐਂਡ ਥਰੈਡਿੰਗ ਬਾਰੇ ਬਹੁਤ ਚੰਗੀ ਤਰ੍ਹਾਂ ਦੱਸ ਪਾਈ ਹਾਂ। ਸੋ ਮੈਨੂੰ ਲੱਗਦਾ ਹੈ ਤੁਹਾਨੂੰ ਬੇਸਿਕ ਡੈਪੀਲੇਸ਼ਨ ਸਰਵਿਸਿਜ਼ ਬਾਰੇ ਸਮਝ ਆ ਗਿਆ ਹੋਵੇਗਾ। ਥੈਂਕ ਯੂ ਸੋ ਮਚ ਆਲ।